सत श्री अकाल। एक बार फिर मैं कवलजीत कौर पाठ ਨੂੰ ਅੱਗੇ ਜਾਰੀ ਕਰਦੇ ਹਾਂ। ਹੱਸਣਾ ਤੇ ਕੂਕਣਾ ਪਾਠ जो प्रिंसीपल तेजा सिंह जी द्वारा लिखिया होया है उसका चौथा भाग उसकी व्याख्या आपां करांगे। हासे दे नाल नाल उच्चा कूकण की आदत भी जांदी रही है। पहला तां लेखक ने यह दस्सिया कि हासा अलोप हो रहा है। उसके पिछे कारण की दस्सिया कि लोगों के दिमाग इन्ने कमज़ोर हो गए हैं कि उच्ची आवाज़ नूं सहन नहीं कर पाते, बर्दाश्त नहीं कर पाते। ਅਤੇ दूजा कारण यह है कि उच्ची हसन वाले नूं मूर्ख, गवारपुणे ते बदतमीजी की निशानी समझा जाता है। तो हसन तो इलावा हासे दे नाल नाल कूकण की आदत भी जाती रही है। तुसां पिंडां विच वेख्या होना है कि किवें एक बकरियां चारण वाला आजड़ी एक टक्की उत्ते खलोता होया दूजी टक्की उत्ते भज्जी जांदी बकरी दे पिछे वट्टा वाह के जोर दी चीक लांदा है। उसनूं अपनी आवाज़ उत्ते बड़ा माण हुंदा है। जद अपने साथी नूं जो जरा परे खड़ोता हुंदा है उसनूं आवाज़ मारदा है तां भी लोड़ तो वधेरे उच्ची चीक कढ़दा है। उसनूं पता लगदा है कि थोड़ी आवाज़ विच भी चीक पहुंच जाएगी, मतलब मेरी आवाज़ थोड़ी जी हौली बोलिया भी मेरी आवाज़ उत्थे तक पहुंच जाएगी, पर उसनूं अपनी कूक उत्ते फखर है अते उसनूं जोर दी आवाज़ विच एक अनोखा रस मिलता है जो कमरिਆਂ ਦੇ अंदर बह के घुसमुस करन वालियां नूं मालूम नहीं हो सकता। ये सीधे सादे लोग जद आपस विच मिलदे जां गल्लां करदे हन तां भी उन्ना ही उच्चा बोलदे हन जिन्ना घुट के जफ्फी पाउंदे हन। इस विच बड़ा वधिया प्रिंसीपल तेजा सिंह जी लिखदे हन कि हासे दे नाल नाल लोकां विच उच्ची बोलण दी आदत भी जांदी रही है। पिंडां विच तुसीं देखिया होवेगा कि एक बकरियां चारण वाला आजड़ी एक टिल्ले उत्ते खलो के दूजे टिल्ले तो भज्जी जाण वाली बकरी नूं रोकदा है, उसनूं चीक जोर दी चीक मारदा है। उसनूं अपनी आवाज़ ते उच्ची आवाज़ ते बड़ा माण हुंदा है अते उस आवाज़ विचों उसनूं एक अलग किस्म दा अनोखा जिहा रस लभदा है। उसनूं अजिहा रस लभदा है जो कमरिਆਂ अंदर बैठ के कानाफूसी भाव घुसमुस करन वालियां नूं पता ही नहीं हो सकदा। ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿੱਚ ਇੱਕ ਦੂਸਰੇ ਨੂੰ ਮਿਲਦੇ ਹਨ ਜਾਂ ਗੱਲਾਂ ਕਰਦੇ ਹਨ ਤਾਂ ਵੀ ਉੱਚਾ ਓਨਾ ਹੀ ਬੋਲਦੇ ਹਨ ਜਿੰਨਾ ਇਹ ਘੁੱਟ ਕੇ ਜੱਫੀ ਪਾਉਂਦੇ ਹਨ। ਸੋ ਅਗਲੇ ਪਾਠ ਵਿੱਚ ਲੇਖਕ ਦੱਸਦਾ ਹੈ ਕਿ ਪਰ ਤਹਿਜ਼ੀਬ ਇਸ ਦੇ ਉਲਟ ਹੈ। ਨਵੀਂ ਰੋਸ਼ਨੀ ਦੇ ਵਧਣ ਨਾਲ ਮਨੁੱਖਾਂ ਦੀ ਆਵਾਜ਼ ਮੱਧਮ ਪੈ ਰਹੀ ਹੈ। ਡਾਕਟਰ ਟੈਗੋਰ ਵੀ ਹੌਲੀ ਹੌਲੀ ਸਪਤ ਪਾਤਾਲ ਦੀ ਬਾਣੀ बोलदा सी। ਇਹੋ ਉਸਦੇ ਸਿਆਣੇ ਅਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿੱਚ ਜਿੰਨਾ ਚੁੱਪ ਰਹਿਣ ਅਤੇ ਹੌਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਉਨਾ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ-ਜਿਉਂ ਸੰਸਾਰ ਤਰੱਕੀ ਕਰੀ ਜਾਂਦਾ ਹੈ ਤਿਉਂ-ਤਿਉਂ ਆਵਾਜ਼, ਮਨੁੱਖ ਦੀ ਆਵਾਜ਼ ਮੱਧਮ ਪੈਂਦੀ ਜਾਂਦੀ ਹੈ। ਪੜ੍ਹਿਆ ਹੋਇਆ ਸਿੱਖਾਂ ਨੂੰ ਕਹੋ ਖਾਂ ਜਰਾ ਸਤਿ ਸ੍ਰੀ ਅਕਾਲ ਦਾ ਜੈਕਾਰਾ ਤਾਂ ਛੱਡਣ। ਦੰਦਾਂ ਤੋਂ ਬਾਹਰ ਆਵਾਜ਼ ਨਹੀਂ ਨਿਕਲੇਗੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਜੈਕਾਰਿਆਂ ਦੇ ਜ਼ੋਰ ਨਾਲ ਥੋੜੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ। ਹੁਣ ਵੀ ਜੇ ਕਿਸੇ ਅੰਕੜੇ ਵਿੱਚ ਪਏ ਹੋਈਏ ਤਾਂ ਜਿਸ ਵੇਲੇ ਵੀ ਸਾਰੇ ਰਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਨ ਤਾਂ ਉਸ ਵਿੱਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦਿੰਦੀ ਹੈ ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਅਤੇ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿੱਚ ਬਦਲ ਦਿੰਦੀ ਹੈ। ਸੋ ਲੇਖ ਦੇ ਅੰਤ ਵਿੱਚ ਲੇਖਕ ਆਖ ਰਿਹਾ ਹੈ ਕਿ ਸੱਭਿਅਤਾ, ਸੰਸਕ੍ਰਿਤੀ, ਤਹਿਜ਼ੀਬ ਇਸ ਦੇ ਉਲਟ ਹੈ। ਭਾਵ ਅੱਜ ਦੀ ਸੱਭਿਅਤਾ ਵਿੱਚ ਉੱਚਾ ਹੱਸਣ ਤੇ ਉੱਚਾ ਬੋਲਣਾ ਸਖਤ ਮਨਾ ਹੈ। ਨਵੇਂ ਗਿਆਨ ਦੇ ਆਉਣ ਨਾਲ ਮਨੁੱਖ ਦੀ ਆਵਾਜ਼ ਮੱਧਮ ਪੈ ਰਹੀ ਹੈ। ਲੇਖਕ ਆਖਦਾ ਹੈ ਕਿ ਰਵਿੰਦਰਨਾਥ ਟੈਗੋਰ ਵੀ ਬਹੁਤ ਹੌਲੀ ਹੌਲੀ ਬੋਲਦੇ ਸਨ ਜਾਂ ਇੰਜ ਕਹਿ ਲਿਓ ਉਸਦਾਂ ਦੀ ਆਵਾਜ਼ 7ਵੇਂ ਪਾਤਾਲ ਤੋਂ ਹੀ ਆਉਂਦੀ ਸੀ। ਇਸੇ ਗੱਲ ਕਰਕੇ ਉਹਨਾਂ ਨੂੰ ਸਿਆਣਾ ਅਤੇ ਸੱਭਿਅਕ ਮੰਨਿਆ ਜਾਂਦਾ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿੱਚ ਸਭ ਤੋਂ ਵੱਧ ਚੁੱਪ ਰਹਿਣ ਉੱਪਰ ਜਾਂ ਹੌਲੀ ਹੌਲੀ ਬੋਲਣ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਜਿਵੇਂ ਜਿਵੇਂ ਸੰਸਾਰ ਤਰੱਕੀ ਕਰ ਰਿਹਾ ਹੈ ਮਨੁੱਖ ਦੀ ਆਵਾਜ਼ ਮੱਧਮ ਪੈ ਰਹੀ ਹੈ। ਲੇਖਕ ਉਦਾਹਰਨ ਦਿੰਦਿਆਂ ਕਹਿੰਦਾ ਹੈ ਕਿ ਪੜ੍ਹੇ ਲਿਖੇ ਸਿੱਖਾਂ ਨੂੰ ਜੇਕਰ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਉਣ ਲਈ ਕਿਹਾ ਜਾਵੇ ਤਾਂ ਉਹਨਾਂ ਦੀ ਆਵਾਜ਼ ਮੂੰਹ ਤੋਂ ਨਿਕਲੇਗੀ ਨਹੀਂ, ਪਰੰਤੂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਜੈਕਾਰਿਆਂ ਦੇ ਜ਼ੋਰ ਤੇ
ਥੋੜੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਬਹੁ ਗਿਣਤੀ ਛਾਲਾਂ ਮਾਰਦੀਆਂ ਫੌਜਾਂ ਨੂੰ ਕਈ ਘੰਟੇ ਰੋਕੀ ਰੱਖਿਆ ਸੀ। ਇਹ ਜੈਕਾਰੇ ਦੀ ਗੂੰਜ ਹੀ ਹੁੰਦੀ ਹੈ ਜੋ ਥੋੜੀ ਗਿਣਤੀ ਵਿੱਚੋਂ ਵੀ ਬਹੁ ਗਿਣਤੀ ਦਾ ਆਵਾਜ਼ ਪੈਦਾ ਕਰ ਦਿੰਦੀ ਹੈ। ਹੁਣ ਵੀ ਜੇ ਕਿਸੇ ਅਸੀਂ ਮੁਸ਼ਕਲ ਵਿੱਚ ਜੇ ਕਦੀ ਪੈ ਜਾਈਏ ਤਾਂ ਸਾਰੇ ਰਲ ਕੇ ਜਦ ਜੈਕਾਰਾ ਬੁਲਾਉਣ ਤਾਂ ਉਸ ਸਾਰੇ ਮਾਹੌਲ ਵਿੱਚ ਅਕਾਲੀ ਜੈਕਾਰੇ ਦੀ ਗੂੰਜ ਸਦਕਾ ਸਾਰੇ ਇਤਿਹਾਸ ਦੀ ਝਲਕ ਮਿਲ ਜਾਂਦੀ ਹੈ। ਇਹ ਜੈਕਾਰਾ ਹੀ ਹੈ ਜੋ ਕਮਜ਼ੋਰ ਕੰਬਦੇ ਦਿਲਾਂ ਨੂੰ ਤਕੜਾ ਕਰਦਾ ਹੈ ਅਤੇ ਲੋਕਾਂ ਨੂੰ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਲੈ ਤੁਰਦਾ ਹੈ। ਸੋ ਇਸ ਲੇਖ ਦੇ ਦੁਆਰਾ ਲੇਖਕ ਨੇ ਸਾਨੂੰ ਸਭ ਤੋਂ ਪਹਿਲਾਂ ਹੱਸਣ ਤੇ ਮੁਸਕਰਾਉਣ ਵਿੱਚ ਅੰਤਰ ਦੱਸਿਆ ਹੈ। ਫਿਰ ਉਹਨਾਂ ਨੇ ਦੱਸਿਆ ਕਿ ਹੱਸਣਾ ਅਤੇ ਮੁਸਕਰਾਉਣਾ ਸਾਡੇ ਜੀਵਨ ਵਿੱਚ ਕਿੰਨਾ ਜ਼ਰੂਰੀ ਹੈ। ਅੱਜ ਭਾਵੇਂ ਸਾਡੇ ਜੀਵਨ ਵਿੱਚੋਂ ਹਾਸਾ ਅਲੋਪ ਹੋ ਗਿਆ ਹੈ, ਪਰੰਤੂ ਸਾਨੂੰ ਆਪਣੀ ਖੁਸ਼ੀ ਨੂੰ ਪ੍ਰਗਟਾਵਾ ਕਰਨ ਲਈ ਖਿੜਖਿੜਾ ਕੇ ਹੱਸਣਾ ਚਾਹੀਦਾ ਹੈ। ਹਾਸਾ ਕਈ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਸਧਾਰਨ ਹਾਸਾ, ਖਿੜਖਿੜਾ ਕੇ ਹੱਸਣਾ, ਮੁਸਕਰਾਉਣਾ, ਸ਼ਰਾਰਤੀ ਹਾਸਾ ਅਤੇ ਦੂਜਿਆਂ ਤੇ ਹੱਸਣਾ। ਪਰ ਦੂਜਿਆਂ ਤੇ ਹੱਸਣਾ ਇਹ ਇੱਕ ਸੱਭਿਅਤਾ ਦੀ ਨਿਸ਼ਾਨੀ ਨਹੀਂ ਹੈ। ਜਦੋਂ ਅਸੀਂ ਕਿਸੇ ਦੂਜੇ ਤੇ ਹੱਸਦੇ ਹਾਂ ਤਾਂ ਉਸ ਵਿੱਚ ਹੀਨ ਭਾਵਨਾ ਪੈਦਾ ਹੁੰਦੀ ਹੈ, ਆਪਣੇ ਵਿੱਚ ਵੀ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਹੈ। ਸੋ ਆਪਣੇ ਪ੍ਰਭਾਵ ਦਾ ਇਹ ਇੱਕ ਬਹੁਤ ਹੀ ਨਕਾਰਾਤਮਕ ਰਵੱਈਆ ਹੈ। ਸੋ ਸਾਨੂੰ ਕਦੀ ਕਿਸੇ ਦੂਸਰੇ ਤੇ ਨਹੀਂ ਹੱਸਣਾ ਚਾਹੀਦਾ। ਸੋ ਇਸ ਪਾਠ ਦੁਆਰਾ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਹੱਸਣ ਅਤੇ ਕੂਕਣ ਦੀਆਂ ਦੋ ਅਜਿਹੀਆਂ ਆਦਤਾਂ ਨੂੰ ਬਿਆਨ ਕੀਤਾ ਹੈ ਜਿਹੜੀਆਂ ਕਿ ਸਾਡੇ ਜੀਵਨ ਵਿੱਚੋਂ ਅਲੋਪ ਹੋ ਗਈਆਂ ਹਨ ਅਤੇ ਉਹਨਾਂ ਦੇ ਅਲੋਪ ਹੋਣ ਦਾ ਲੇਖਕ ਨੂੰ ਬਹੁਤ ਅਫਸੋਸ ਵੀ ਹੈ। ਸੋ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਪਾਠ ਦੀ ਵਿਆਖਿਆ ਸਮਝ ਆ ਗਈ ਹੋਵੇਗੀ ਅਤੇ ਇਸ ਪਾਠ ਵਿੱਚੋਂ ਅਸੀਂ 1 ਅੰਕਾਂ ਵਾਲੇ ਜੋ ਕਿ ਅਤਿ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹਨ ਅਤੇ 2 ਅੰਕਾਂ ਵਾਲੇ ਪ੍ਰਸ਼ਨ ਕਰਨੇ ਹਨ। ਇਸ ਪਾਠ ਦੇ ਇਸ ਵੀਡੀਓ ਲੈਕਚਰ ਦੇ ਕਮੈਂਟ ਬਾਕਸ ਵਿੱਚ ਮੈਂ ਇੱਕ PDF ਦਾ ਲਿੰਕ ਸ਼ੇਅਰ ਕਰਾਂਗੀ। ਤੁਸੀਂ ਉਹਨਾਂ ਪ੍ਰਸ਼ਨਾਂ ਨੂੰ ਕਾਪੀਆਂ ਤੇ ਲਿਖ ਲੈਣਾ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਅਤੇ ਉਸ ਬਾਰੇ ਜਾਣਕਾਰੀ ਹਾਸਲ ਹੋ ਚੁੱਕੀ ਹੋਵੇਗੀ। ਸੋ ਅਖੀਰ ਵਿੱਚ ਆਪ ਸਭ ਦਾ ਧੰਨਵਾਦ ਕਰਦੀ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।